TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਨੂੰ ਵਿਸਥਾਰ ਨਾਲ ਵਿਚਾਰੀਏ। ਯੂਕਰੇਨ ਦੇ ਰਾਸ਼ਟਰਪਤੀ ਨੇ ਪੁਤਿਨ ਨੂੰ ਭੇਜਿਆ ਇੱਕ ਖਾਸ ਸੁਨੇਹਾ। ਯੂਕਰੇਨ ਤੋਂ ਵਾਪਸ ਪਰਤੀ ਨਵਨੀਤ ਕੌਰ ਨੇ ਕੀਤੇ ਹੈਰਾਨੀਜਨਕ ਖੁਲਾਸੇ। ਆਪਣੇ ਖਰਚੇ ਤੇ ਵਾਪਸ ਪਰਤੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਸਾਹਮਣੇ ਅੱਖਾਂ ਅੱਗੇ ਨੱਚ ਰਹੀ ਸੀ ਮੌਤ। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਪ੍ਰਸ਼ਾਸਨ ਨੇ ਲਗਾਈਆਂ ਕੁਝ ਸਖਤ ਪਾਬੰਦੀਆਂ। ਯੂਕਰੇਨ ਵਿੱਚ ਲਾਪਤਾ ਹੋਏ ਵਿਦਿਆਰਥੀਆਂ ਬਾਰੇ ਵੱਡਾ ਖੁਲਾਸਾ ਅਤੇ ਯੂਕਰੇਨ ਤੋਂ ਰੋਮਾਨੀਆ ਜਾਂਦੇ ਪੰਜਾਬੀ ਨੌਜਵਾਨ ਗ੍ਰਿਫਤਾਰ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ। ਇਹਦੇ ਤੋਂ ਪਹਿਲਾਂ ਕਿ ਵਿਸਥਾਰ ਨਾਲ ਇਹਨਾਂ ਸਾਰਿਆਂ ਨੂੰ ਵਿਚਾਰਿਆ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰੀਏ। ਕੱਲ ਦੇ ਪ੍ਰੋਗਰਾਮ ਤੋਂ ਬਾਅਦ ਵੀ ਮੈਂ ਕੁਝ ਕਮੈਂਟ ਪੜ੍ਹੇ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਕੋਈ ਵਿਦਿਆਰਥੀ ਲਾਪਤਾ ਨਹੀਂ, ਕੋਈ ਵਿਦਿਆਰਥੀ ਗ੍ਰਿਫਤਾਰ ਨਹੀਂ, ਪਰ ਆਹ ਖਬਰਾਂ ਇੱਕ ਵਾਰੀ ਫਿਰ ਤਸਦੀਕ ਕਰਦੀਆਂ ਨੇ। ਆਦਮਪੁਰ ਦੇ ਨੇੜੇ ਪੈਂਦਾ ਪਿੰਡ ਗਾਜ਼ੀਪੁਰ ਦੇ ਰਹਿਣ ਵਾਲੇ ਦੋ ਨੌਜਵਾਨ ਬੀਤੇ ਸ਼ਨੀਚਰਵਾਰ ਨੂੰ ਯੂਕਰੇਨ ਦੀ ਪੁਲਿਸ ਨੇ ਰੋਮਾਨੀਆ ਵੱਲ ਜਾ ਰਹੇ ਸੀ, ਰਸਤੇ ਦੇ ਵਿੱਚੋਂ ਗ੍ਰਿਫਤਾਰ ਕੀਤੇ। ਉਹਨਾਂ ਦਾ ਆਪਣੇ ਮਾਪਿਆਂ ਨਾਲ ਲੰਬੇ ਸਮੇਂ ਤੱਕ ਕੋਈ ਸੰਪਰਕ ਨਾ ਹੋ ਸਕਿਆ। ਮਾਪੇ ਪਰੇਸ਼ਾਨ ਹੋਏ। ਸੰਕਟ ਦੇ ਵਿੱਚ ਫਸੇ ਪਰਿਵਾਰਕ ਮੈਂਬਰਾਂ ਨੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਗੁਹਾਰ ਲਾਈ ਕਿ ਸਾਡੇ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਪੰਜਾਬ ਲਿਆਂਦਾ ਜਾਵੇ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਕਿਸੇ ਅਧਿਕਾਰੀ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਈ ਖੇਚਲ ਨਹੀਂ ਕੀਤੀ। ਇਹਦੇ ਤੋਂ ਬਾਅਦ ਚਿੰਤਾ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਨੇ ਫਿਰ ਆਪ ਹੀ DC ਕੋਲ ਜਾ ਕੇ ਇਸ ਮਸਲੇ ਨੂੰ ਉਠਾਇਆ। ਇਹ ਜਿਹੜੇ ਗ੍ਰਿਫਤਾਰ ਕੀਤੇ ਨੌਜਵਾਨ ਨੇ ਉਹਨਾਂ ਵਿੱਚ ਇੱਕ ਰਜਤ ਸਹੋਤਾ ਹੈ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸੁਖਪਾਲ ਸਹੋਤਾ ਹੈ ਅਤੇ ਦੂਸਰੇ ਨੇ ਰਮਨਦੀਪ ਪੁੱਤਰ ਹਰਮੇਸ਼ ਲਾਲ, ਪਿੰਡ ਦੋਵਾਂ ਦਾ ਗਾਜ਼ੀਪੁਰ ਹੈ। ਤੇ ਇਹਨਾਂ ਨੇ ਦੱਸਿਆ ਕਿ ਦੋਵਾਂ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ। ਉਹ ਯੂਕਰੇਨ ਦੇ ਸ਼ਹਿਰ ਉੜੀਸਾ ਵਿੱਚ ਰਹਿੰਦੇ ਸੀ। ਕਰੋਨਾ ਤੋਂ ਬਾਅਦ ਉਹਨਾਂ ਦਾ ਵੀਜ਼ਾ ਵੱਧ ਨਹੀਂ ਸੀ ਸਕਿਆ ਤੇ ਵੀਜ਼ਾ ਉਹਨਾਂ ਦਾ ਖਤਮ ਹੋ ਚੁੱਕਿਆ ਸੀ। ਹੁਣ ਯੂਕਰੇਨ ਦੇ ਵਿੱਚ ਇਸ ਵਕਤ ਲੜਾਈ ਚੱਲ ਰਹੀ ਹੈ। ਲੜਾਈ ਤੋਂ ਬਾਅਦ ਉਹ ਆਪਣੇ ਸਾਥੀਆਂ ਦੇ ਨਾਲ, ਜਿਨ੍ਹਾਂ ਦੀ ਗਿਣਤੀ 7 ਦੱਸੀ ਜਾ ਰਹੀ ਹੈ, 7 ਸਾਥੀਆਂ ਦੇ ਨਾਲ ਉਹ ਰੋਮਾਨੀਆ ਵੱਲ ਜਾ ਰਹੇ ਸੀ ਕਿ ਇਹਨਾਂ ਚੋਂ 4 ਨੇਪਾਲੀ ਤੇ 3 ਪੰਜਾਬੀ ਸੀ। ਤੇ ਯੂਕਰੇਨ ਦੇ ਵਿੱਚ ਹੀ ਸੁਰੱਖਿਆ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕਿਆ, ਉਹਨਾਂ ਦੀ ਜਾਂਚ ਪੜਤਾਲ ਕੀਤੀ। ਡੂੰਘਾਈ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੁਰੱਖਿਆ ਮੁਲਾਜ਼ਮਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਮੋਬਾਈਲ ਫੋਨ ਵੀ ਲੈ ਲਏ ਤੇ ਸ਼ਨੀਚਰਵਾਰ ਨੂੰ ਸੁਰੱਖਿਆ ਮੁਲਾਜ਼ਮਾਂ ਦੇ ਫੋਨ ਤੋਂ ਬੱਚਿਆਂ ਨੇ ਆਪਣੇ ਸਕੇ ਸੰਬੰਧੀਆਂ ਦੇ ਨਾਲ ਸੰਪਰਕ ਕੀਤਾ ਸੀ ਤੇ ਆਪਣੀ ਆਹ ਦਾਸਤਾਨ ਦੱਸੀ ਸੀ ਕਿ ਅਸੀਂ ਗ੍ਰਿਫਤਾਰ ਕਰ ਲਏ ਗਏ ਹਾਂ। ਇਹ ਵੀ ਦੱਸਿਆ ਸੀ ਕਿ ਕਈ ਦਿਨ ਪਹਿਲਾਂ ਅਸੀਂ ਜਿਹੜੇ ਘਰੋਂ ਕੱਪੜੇ ਪਾ ਕੇ ਨਿਕਲੇ ਸੀ ਅੱਜ ਵੀ ਸਾਡੇ ਉਹੀ ਪਾਏ ਹੋਏ ਆ ਤੇ ਅਸੀਂ ਗੰਭੀਰ ਸਮੱਸਿਆ ਦੇ ਵਿੱਚ ਫਸੇ ਹੋਏ ਹਾਂ। ਸ਼ਨੀਚਰਵਾਰ ਤੋਂ ਬਾਅਦ ਅਗਲਾ ਸ਼ਨੀਚਰਵਾਰ ਆਉਣ ਵਾਲਾ ਹੋਇਆ ਪਿਆ। ਉਹਦੇ ਤੋਂ ਬਾਅਦ ਇਹਨਾਂ ਨੌਜਵਾਨਾਂ ਦਾ ਘਰਦਿਆਂ ਨੂੰ ਕੋਈ ਫੋਨ ਨਹੀਂ ਆਇਆ ਤੇ ਪਰਿਵਾਰਕ ਮੈਂਬਰ ਤਣਾਅ 'ਚ ਨੇ, ਡੂੰਘੀ ਚਿੰਤਾ 'ਚ ਨੇ। ਉਹਨਾਂ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਿਸੇ ਅਧਿਕਾਰੀ ਨੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਉਹ ਖੁਦ ਚੱਲ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚੇ। DC ਦਾ ਨਾਮ ਹੈ ਘਣਸ਼ਿਆਮ ਥੋਰੀ। ਉਹਨਾਂ ਨੇ DC ਸਾਹਿਬ ਘਣਸ਼ਿਆਮ ਥੋਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ DC ਸਾਹਿਬ ਨੇ ਬਹੁਤ ਗੰਭੀਰਤਾ ਦੇ ਨਾਲ ਉਹਨਾਂ ਦੀ ਗੱਲਬਾਤ ਸੁਣੀ ਵੀ ਹੈ ਅਤੇ ਸੰਬੰਧਿਤ ਅਧਿਕਾਰੀ ਨੂੰ ਮੌਕੇ ਤੇ ਬੁਲਾ ਕੇ ਦੋਵਾਂ ਬੱਚਿਆਂ ਦੇ ਬਾਬਤ ਵਿਸਥਾਰਤ ਰਿਪੋਰਟ ਤਿਆਰ ਕਰਕੇ ਵਿਦੇਸ਼ ਮੰਤਰਾਲੇ ਨੂੰ ਭੇਜਣ ਦੇ ਬਾਬਤ ਵੀ ਉਹਨਾਂ ਨੂੰ ਦੱਸਿਆ। ਉਹਨਾਂ ਨੇ ਇਹ ਵੀ ਆਖਿਆ ਕਿ ਤੁਹਾਡੇ ਬੱਚਿਆਂ ਨੂੰ ਵਾਪਸ ਸੁਰੱਖਿਅਤ ਘਰ ਲਿਆਉਣ ਦੇ ਵਾਸਤੇ ਅਸੀਂ ਪੂਰਨ ਸਹਿਯੋਗ ਦੇਵਾਂਗੇ। ਉਹਨਾਂ ਨੇ ਭਰੋਸਾ ਦਿੱਤਾ ਹੈ। ਹੁਣ ਦੂਸਰੇ ਪਾਸੇ ਭਾਰਤੀ ਵਿਦਿਆਰਥੀ ਕੋਈ ਗ੍ਰਿਫਤਾਰ ਹੋਇਆ ਜਾਂ ਬੰਦੀ ਬਣਾਇਆ ਗਿਆ, ਇਹਨਾਂ ਖਬਰਾਂ ਨੂੰ ਵਿਦੇਸ਼ ਮੰਤਰਾਲਾ ਮੁੱਢੋਂ ਖਾਰਜ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਖਾਰਕੀਵ ਅਤੇ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਯੂਕਰੇਨ ਦੇ ਵਿੱਚ ਫਸੇ ਭਾਰਤੀ ਸਨ, ਵਿਦਿਆਰਥੀ ਸਨ, ਉਹਨਾਂ ਨੂੰ ਕੱਢਣ ਦੇ ਵਾਸਤੇ ਪੂਰੀ ਵਾਹ ਲਾਈ ਹੋਈ ਹੈ। ਯੂਕਰੇਨੀ ਸਰਕਾਰ ਨੂੰ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਵਾਸਤੇ ਵੀ ਆਖਿਆ। ਜਦੋਂ ਕਿ ਗਾਜ਼ੀਪੁਰ ਦੇ ਆ ਦੋ ਨੌਜਵਾਨ
ਇਸ ਵਕਤ ਯੂਕਰੇਨ ਦੀ ਗ੍ਰਿਫਤ ਵਿੱਚ ਨੇ ਅਤੇ ਉਹਨਾਂ ਦੇ ਪਰਿਵਾਰਾਂ ਨੇ ਡੀਸੀ ਸਾਹਿਬ ਤੱਕ ਵੀ ਜਾ ਕੇ ਪਹੁੰਚ ਕੀਤੀ ਹੈ। ਹੁਣ ਜੇ ਕੋਈ ਕਹੇ ਕਿ ਉੱਥੇ ਕਿਸ ਦੀ ਗ੍ਰਿਫਤਾਰੀ ਹੋਈ ਨਹੀਂ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਐਵੇਂ ਨਹੀਂ ਮੌਜੇ ਖੋਲੀ ਫਿਰਦੇ। ਜਿਹੜੇ ਕਦੇ ਕਿਸੇ ਅਧਿਕਾਰੀ ਕੋਲ ਜਾਂਦੇ ਨੇ, ਕਿਹੜੇ ਕਿਸੇ ਅਧਿਕਾਰੀ ਕੋਲ ਜਾਂਦੇ ਨੇ, ਇੱਥੋਂ ਤੱਕ ਕਿ ਡੀਸੀ ਦਫ਼ਤਰ ਦੇ ਵਿੱਚ ਵੀ ਉਹ ਚੱਕਰ ਮਾਰ ਰਹੇ ਹੈ। ਸੋ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚੇ ਹਾਲੇ ਤੱਕ ਘਰ ਪਰਤੇ ਨਹੀਂ। ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੱਚਿਆਂ ਦਾ ਉਹਨਾਂ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ। ਜਾਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜਿੰਨੀ ਦੇਰ ਤੱਕ ਹਾਲ ਦੀ ਘੜੀ ਉਹਨਾਂ ਨੂੰ ਇਹ ਖਬਰ ਨਹੀਂ ਮਿਲੀ ਕਿ ਉਹ ਜਹਾਜ਼ ਵਿੱਚ ਬੈਠ ਗਿਆ ਜਾਂ ਯੂਕਰੇਨ ਦੇ ਵਿੱਚੋਂ ਨਿਕਲ ਚੁੱਕਿਆ। ਸੱਚਮੁੱਚ ਮੁਸੀਬਤਾਂ ਬੜੀਆਂ ਨੇ। ਇਹਨਾਂ ਨੂੰ ਸ਼ਾਇਦ ਉਹੀ ਮਹਿਸੂਸ ਕਰ ਸਕਦਾ ਹੈ ਜਿਨ੍ਹਾਂ ਦੇ ਤਨ ਤੇ ਲੱਗੀ ਹੋਵੇ ਜਾਂ ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਦਾ ਸੰਤਾਪ ਹੰਢਾਇਆ ਹੋਵੇ। ਕੁਝ ਕੁ ਬੱਚੇ, ਕੁਝ ਕੁ ਮੁਟਿਆਰਾਂ ਤੇ ਨੌਜਵਾਨ ਭਾਵੇਂ ਪਰਤ ਵੀ ਆਇਆ ਹੈ, ਪਰ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਨੇ ਇਹ ਖਬਰਾਂ ਸੁਣ ਕੇ, ਇਹ ਵੇਖ ਕੇ, ਜਿਨ੍ਹਾਂ ਦੇ ਬੱਚੇ ਹਾਲੇ ਪਰਤੇ ਨਹੀਂ, ਉਹਨਾਂ ਦੀਆਂ ਚਿੰਤਾਵਾਂ ਹੋਰ ਵੱਧ ਰਹੀਆਂ ਨੇ। ਕਿਉਂਕਿ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਚੱਲ ਰਹੀ ਹੈ ਉਹ ਖਤਰਨਾਕ ਮੋੜ ਤੇ ਹੈ। ਕੁਝ ਕੁ ਬੱਚੇ, ਕੁਝ ਕੁ ਵਿਦਿਆਰਥੀ ਮੌਤ ਨੂੰ ਮਾਤ ਦੇ ਕੇ ਪੋਲੈਂਡ ਦੀ ਸਰਹੱਦ 'ਚ ਦਾਖਲ ਹੋ ਗਏ ਤੇ ਉਹਨਾਂ ਵਿੱਚੋਂ ਇੱਕ ਨਵਨੀਤ ਕੌਰ ਨੇ ਦੱਸਿਆ ਕਿ 25 ਘੰਟੇ ਤੱਕ ਰੇਲ ਗੱਡੀ ਨਾਲ ਲਟਕ ਕੇ ਸਫ਼ਰ ਕਰਦੀ ਰਹੀ। ਖਾਰਕੀਵ ਮੈਟਰੋ ਸਟੇਸ਼ਨ ਛੱਡਣ ਤੋਂ ਬਾਅਦ ਸਿਰਫ 5 ਮਿੰਟ ਬਾਅਦ ਕਹਿੰਦੇ ਧਮਾਕਾ ਹੋਇਆ ਅਤੇ ਪੂਰੀ ਇਮਾਰਤ ਤਹਿਸ ਨਹਿਸ ਹੋ ਗਈ। ਪਰ ਨਵਨੀਤ ਕੌਰ ਦੀ ਜਾਨ ਵਾਲ-ਵਾਲ ਬਚੀ। ਪੋਲੈਂਡ 'ਚ ਪੁੱਜ ਜਾਣ ਦੇ ਨਾਲ ਉਹਨੂੰ ਫਿਰ ਘਰ ਵਾਪਸੀ ਦੀ, ਸੁਰੱਖਿਅਤ ਘਰ ਵਾਪਸੀ ਦੀ ਉਮੀਦ ਵੀ ਜਾਗੀ। ਇਹ ਵੀ ਪਤਾ ਲੱਗਿਆ ਕਿ ਜ਼ਿੰਦਗੀ ਭਰ ਦੀ ਪੂਰੀ ਪੂੰਜੀ ਜ਼ਮੀਨ ਗਹਿਣੇ ਧਰ ਕੇ ਆਪਣੀ ਧੀ ਨੂੰ ਡਾਕਟਰ ਬਣਾਉਣ ਤੇ 60 ਲੱਖ ਖਰਚ ਕਰ ਚੁੱਕੀ ਹੈ। ਦੂਲੋਵਾਲ ਦੀ ਇੱਕ ਰਹਿਣ ਵਾਲੀ ਔਰਤ, ਇੱਕ ਮੁਟਿਆਰ ਦੀ ਮਾਂ ਜਿਸ ਦਾ ਨਾਮ ਹੈ ਗੁਰਮੀਤ ਕੌਰ। ਗੁਰਮੀਤ ਕੌਰ ਨੂੰ ਧੀ ਦੇ ਘਰ ਵਾਪਸੀ ਦਾ ਸੁਣ ਕੇ ਸਾਰੇ ਦੁੱਖ ਭੁੱਲ ਗਏ ਆ। ਉਹ ਵੀਰਵਾਰ ਦੀ ਰਾਤ ਨੂੰ ਆਪਣੀ ਧੀ ਅਮਨਜੋਤ ਨੂੰ ਰਿਸੀਵ ਕਰਨ ਵਾਸਤੇ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਸੀ, ਜਿਸ ਨੂੰ ਜਦ ਅੱਖਾਂ ਦੇ ਸਾਹਮਣੇ ਤੱਕਿਆ ਉਹ ਕਹਿੰਦੀ ਮੈਂ ਉਹਨੂੰ ਵੇਖ ਕੇ ਅੱਖਾਂ ਦੇ ਵਿੱਚ ਖੁਸ਼ੀ ਦੇ ਅੱਥਰੂ ਵੀ ਆਏ ਤੇ ਤਮਾਮ ਜਿਹੜੇ ਦੁੱਖ ਸੀ ਆ ਮੇਰੇ ਹੰਝੂ ਉਹਨਾਂ ਨੂੰ ਵਹਾ ਕੇ ਲੈ ਗਏ ਆ। ਯੂਕਰੇਨ ਦੇ ਖਾਰਕੀਵ ਦੀ ਓਲੈਕੀਸਵਿਕਾ ਯੂਨੀਵਰਸਿਟੀ ਦੇ ਵਿੱਚ MBBS ਦੀ ਪੜ੍ਹਾਈ ਕਰਨ ਗਈ ਸੀ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਤਹਿਸੀਲ ਦੇ ਕਸਬਾ ਵੇਗੋਵਾਲ ਦੀ ਨਵਨੀਤ ਕੌਰ ਦੀ ਮਾਂ ਦਾ ਨਾਮ ਹੈ ਰਜਿੰਦਰ ਕੌਰ ਨੇ ਦੱਸਿਆ ਕਿ ਧੀ ਨੂੰ ਲੈ ਕੇ ਉਹਦਾ ਪਰਿਵਾਰ ਕਈ ਦਿਨਾਂ ਤੋਂ ਬੇਹੱਦ ਖੌਫ ਦੇ ਵਿੱਚ ਸੀ, ਗਮ ਦੇ ਵਿੱਚ ਸੀ। ਕਿਸੇ ਕੰਮ ਨੂੰ ਦਿਲ ਨਹੀਂ ਸੀ ਕਰ ਰਿਹਾ, ਕੁਝ ਖਾਣ ਨੂੰ ਜੀ ਨਹੀਂ ਸੀ ਕਰ ਰਿਹਾ, ਕਿਉਂਕਿ ਯੂਕਰੇਨ ਦੇ ਵਿੱਚ ਸਿਰਫ ਤੇ ਸਿਰਫ ਕੀ ਹੋ ਰਿਹਾ, ਧਮਾਕੇ ਹੋ ਰਹੇ ਨੇ, ਹਮਲੇ ਹੋ ਰਹੇ ਨੇ। ਉਹ ਕਹਿੰਦੇ ਧਮਾਕੇ ਉੱਥੇ ਹੋ ਰਹੇ ਸੀ ਪਰ ਗੂੰਜ ਮੇਰੇ ਘਰ ਤੱਕ ਪਹੁੰਚ ਰਹੀ ਸੀ, ਮੈਂ ਇੱਥੇ ਬੈਠੀ ਮਹਿਸੂਸ ਕਰ ਰਹੀ ਸੀ। ਪਰ ਹੁਣ ਸੁੱਖ ਦਾ ਸਾਹ ਆਇਆ। ਉਹਨਾਂ ਦੀ ਧੀ ਜਿੰਦਾ ਤੇ ਸੁਰੱਖਿਅਤ ਪੋਲੈਂਡ ਦੀ ਸਰਹੱਦ ਵਿੱਚ ਦਾਖਲ ਹੋਣ ਜਦੋਂ ਸਫਲ ਹੋ ਗਈ। ਪਰ ਇਸ ਦੌਰਾਨ ਉਹਨੇ ਆਪਣੇ ਸਰੀਰ ਤੇ ਬਹੁਤ ਸਾਰੇ ਦੁੱਖ ਝੱਲੇ ਆ, ਤਕਲੀਫਾਂ ਸਹਿਣ ਕੀਤੀਆਂ ਨੇ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਧੀ ਪੰਜਾਬ ਦੇ ਹੋਰ ਬੱਚਿਆਂ ਦੇ ਨਾਲ ਯੂਨੀਵਰਸਿਟੀ ਛੱਡ ਕੇ ਖਾਰਕਿਵ ਦੇ ਮੈਟਰੋ ਸਟੇਸ਼ਨ ਦੀ ਬੇਸਮੈਂਟ ਦੇ ਵਿੱਚ ਸੀ ਤੇ ਬੇਸਮੈਂਟ ਦੇ ਆਲੇ ਦੁਆਲੇ, ਉਸ ਮੈਟਰੋ ਸਟੇਸ਼ਨ ਦੇ ਆਲੇ ਦੁਆਲੇ ਬੰਬ ਧਮਾਕੇ ਹੋ ਰਹੇ ਸੀ। ਇਸੇ ਦੌਰਾਨ ਰੂਸੀ ਫੌਜ ਨੇ ਮੈਟਰੋ ਸਟੇਸ਼ਨ ਛੱਡਣ ਦੀ ਚੇਤਾਵਨੀ ਦਿੱਤੀ ਤਾਂ ਉਹ ਕਹਿੰਦੇ ਜਿਹੜੇ ਉੱਥੇ ਲੁਕੇ ਹੋਏ ਸੀ ਸਾਰਿਆਂ ਨੇ ਉਸ ਸਟੇਸ਼ਨ ਦੇ ਵਿੱਚੋਂ ਬਾਹਰ ਨਿਕਲਿਆ ਤੇ ਨਿਕਲ ਕੇ ਜਿਉਂ ਹੀ ਭੱਜੇ 5 ਮਿੰਟਾਂ ਤੋਂ ਬਾਅਦ ਉੱਥੇ ਵੱਡਾ ਧਮਾਕਾ ਹੋਇਆ ਤੇ ਇਮਾਰਤ ਮਲਬੇ ਦਾ ਰੂਪ ਧਾਰਨ ਕਰ ਗਈ। ਪਰ ਉਹਨਾਂ ਦੀ ਧੀ ਅਤੇ ਉਹਦੇ ਸਾਥੀ ਉੱਥੋਂ ਸੁਰੱਖਿਅਤ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਰਹੇ। ਇਸੇ ਦੌਰਾਨ ਉਹ ਕਹਿੰਦੇ ਬੱਚਿਆਂ ਨੂੰ ਕੁਝ ਖਾਣ ਪੂਣ ਨੂੰ ਨਹੀਂ ਮਿਲ ਰਿਹਾ, 24 ਘੰਟੇ ਤੱਕ ਭੁੱਖੇ ਪਿਆਸੇ ਰਹੇ। ਇਹਦੇ ਤੋਂ ਬਾਅਦ ਉਹ ਖਾਰਕਿਵ ਤੋਂ ਟੈਕਸੀ ਕਰਕੇ ਲਗਭਗ ਅੱਧੇ ਘੰਟੇ ਬਾਅਦ ਇੱਕ ਹੋਰ ਸਟੇਸ਼ਨ ਤੇ ਗਏ ਜਿੱਥੋਂ ਉਹ ਰੇਲ ਗੱਡੀ ਫੜਨ ਦੇ ਵਿੱਚ ਵੀ ਸਫਲ ਹੋਏ। ਪਰ ਰੇਲ ਗੱਡੀ ਦੇ ਵਿੱਚ ਭੀੜ ਭੜੱਕਾ ਇੰਨਾ ਕੁ ਸੀ ਕਿ ਜਾਨ ਬਚਾਉਣ ਲਈ ਉਹ ਰੇਲ ਗੱਡੀ ਨਾਲ ਲਟਕੀ ਅਤੇ ਉੱਥੋਂ ਨਿਕਲ ਪਈ ਅਤੇ ਲਗਭਗ 24-25 ਘੰਟਿਆਂ ਦਾ ਸਫ਼ਰ ਕਰਦੇ ਹੋਏ ਪੋਲੈਂਡ ਪਹੁੰਚਣ ਦੇ ਵਿੱਚ ਉਹ ਸਫਲ ਹੋਈ। ਤੇ ਫਿਰ ਉੱਥੋਂ ਉਹਨਾਂ ਦੀ ਧੀ ਦਾ ਉਹਨਾਂ ਨੂੰ ਫੋਨ ਆਇਆ। ਉਹਦੇ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਹਾਂ ਹੁਣ ਮੇਰੀ ਧੀ ਸੁਰੱਖਿਅਤ ਵਾਪਸ ਆ ਜਾਏਗੀ। ਤੇ ਉਧਰ ਗੁਰਮੀਤ ਕੌਰ ਆਪਣੀ ਧੀ ਅਮਨਜੋਤ ਕੌਰ ਨੂੰ ਲੈਣ ਵਾਸਤੇ ਅੰਮ੍ਰਿਤਸਰ ਏਅਰਪੋਰਟ ਜਦੋਂ ਜਾ ਰਹੀ ਸੀ ਤਾਂ ਇਸ ਸੰਬੰਧੀ ਅਮਨਜੋਤ ਦੀ ਅਧਿਆਪਕਾ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਧੀ ਦੇ ਸਿਰ ਤੋਂ ਪਿਓ ਦਾ ਸਾਇਆ ਪਹਿਲਾਂ ਹੀ ਉੱਠ ਚੁੱਕਿਆ ਹੈ। ਉਹਨਾਂ ਨੇ ਧੀ ਨੂੰ ਡਾਕਟਰ ਬਣਾਉਣ ਦੇ ਵਾਸਤੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਗਾ ਦਿੱਤੀ। 11 ਸਮੈਸਟਰ ਦੀ ਪੜ੍ਹਾਈ ਪੂਰੀ ਹੋ ਚੁੱਕੀ ਤੇ ਹਾਲੇ ਆਖਰੀ ਸਮੈਸਟਰ ਦੀ ਪ੍ਰੀਖਿਆ ਹੋਣੀ ਬਾਕੀ ਸੀ ਤੇ ਉਧਰੋਂ ਰੂਸ ਨੇ ਹਮਲਾ ਕਰ ਦਿੱਤਾ ਸੀ, ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ।
ਹੁਣ ਧੀ ਦਾ ਭਵਿੱਖ ਛੱਡ ਉਹਨੂੰ ਜ਼ਿੰਦਗੀ ਦੀ ਚਿੰਤਾ ਸਤਾ ਰਹੀ ਸੀ। ਪਰ ਵਾਪਸੀ ਦੀ ਖਬਰ ਸੁਣ ਕੇ ਸਾਰੇ ਦੁੱਖ ਭੁੱਲ ਗਈ, ਸਾਰੀਆਂ ਪਰੇਸ਼ਾਨੀਆਂ ਭੁੱਲ ਗਈ। ਹੁਣ ਤੁਸੀਂ ਦੇਖੋ ਕਿ ਮੌਤ ਕਿੰਨੀ ਨੇੜਿਓਂ ਤੱਕੀ ਹੈ। ਔਰ ਜਿਹੜੇ ਕਹਿੰਦੇ ਆ ਕਿ ਉੱਥੇ ਬਹੁਤ ਚੰਗੇ ਤਰੀਕੇ ਨਾਲ, ਸੁਚੱਜੇ ਤਰੀਕੇ ਨਾਲ ਉਹਨਾਂ ਨੂੰ ਬਾਹਰ ਕੱਢ ਲਿਆ, ਆਹ ਮੁਟਿਆਰਾਂ ਨੂੰ ਪੁੱਛ ਕੇ ਦੇਖੋ ਕਿ ਅੱਖਾਂ ਦੇ ਸਾਹਮਣੇ ਮੌਤ ਕਿਵੇਂ ਨੱਚਦੀ ਸੀ। ਸਿਰਫ ਇਹੀ ਨਹੀਂ, ਅੱਜ ਕੁਝ ਇਸ ਤਰ੍ਹਾਂ ਦੀਆਂ ਹੱਡ ਬੀਤੀਆਂ ਜਿਹੜੀਆਂ ਕੁਝ ਕੁ ਮੁਟਿਆਰਾਂ ਨੇ, ਨੌਜਵਾਨਾਂ ਨੇ ਸੁਣਾਈਆਂ ਨੇ, ਉਹ ਆਪਣੇ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਵੀ ਸ਼ਾਮਲ ਕੀਤੀਆਂ ਸੀ। ਇਸੇ ਤਰ੍ਹਾਂ ਯੂਕਰੇਨ ਤੋਂ ਪਰਤੇ ਨੇ ਮਾਨਸਾ ਦੇ ਨੌਜਵਾਨ ਅਤੇ 3 ਮੁਟਿਆਰਾਂ। ਉਹਨਾਂ ਨੇ ਕੁਝ ਦੋਸ਼ ਲਾਏ ਨੇ। ਉਹਨਾਂ ਨੇ ਦੋਸ਼ ਲਗਾਏ ਨੇ ਭਾਰਤ ਸਰਕਾਰ ਤੇ। ਉਹ ਕਹਿੰਦੇ ਯੂਕਰੇਨ ਦੇ ਵਿੱਚ ਫਸੇ ਵਿਦਿਆਰਥੀਆਂ ਦੀ ਕੋਈ ਉਹਨਾਂ ਨੇ ਮਦਦ ਨਹੀਂ ਕੀਤੀ। ਉਹ ਕਹਿੰਦੇ ਅਸੀਂ ਆਪਣੇ ਨਿੱਜੀ ਤਜਰਬੇ ਤੋਂ ਦੱਸ ਸਕਦੇ ਹਾਂ ਕਿ ਅਸੀਂ ਆਪਣੇ ਯਤਨਾਂ ਦੇ ਸਦਕਾ ਕਦੇ ਪੈਦਲ, ਕਦੇ ਬੱਸ 'ਚ, ਕਦੇ ਗੱਡੀਆਂ ਦਾ ਸਹਾਰਾ ਲੈ ਕੇ ਨੇੜਲੇ ਮੁਲਕਾਂ ਦੇ ਵਿੱਚ ਪਹੁੰਚੇ ਅਤੇ ਫਿਰ ਖੁਦ ਟਿਕਟ ਖਰੀਦੀ, ਫਿਰ ਭਾਰਤ ਪਹੁੰਚੇ। ਉਹਨਾਂ ਮੁਤਾਬਕ ਹਾਲੇ ਵੀ 7000 ਭਾਰਤੀ ਸਰਹੱਦਾਂ ਤੇ ਫਸੇ ਹੋਏ ਨੇ, ਜਦੋਂ ਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ 18000 ਵਿਅਕਤੀ, ਕੁੱਲ 20 ਦੱਸੇ ਜਾ ਰਹੇ ਸੀ, ਕਿ 18000 ਵਿਅਕਤੀਆਂ ਨੂੰ ਅਸੀਂ ਉੱਥੋਂ ਇਵੈਕੂਏਟ ਕਰ ਲਿਆ, ਕੱਢ ਲਿਆ। ਅਸਲ ਦੇ ਵਿੱਚ ਮਾਨਸਾ ਦੇ ਕਾਰੋਬਾਰੀ ਨੇ ਵਿਜੇ ਨੰਦਗੜੀਆ। ਵਿਜੇ ਨੰਦਗੜੀਆ ਦੇ ਪੁੱਤਰ ਨੇ ਮੁਕੇਸ਼ ਕੁਮਾਰ। ਮੁਕੇਸ਼ ਕੁਮਾਰ ਯੂਕਰੇਨ ਦੇ ਵਿੱਚ MBBS ਦੀ ਪੜ੍ਹਾਈ ਕਰਨ ਵਾਸਤੇ ਗਏ ਹੋਏ ਸੀ। ਉਹ ਯੂਕਰੇਨ ਦੀ ਵੀਨੀਪੀਡੀਆ ਸ਼ਹਿਰ ਦੇ ਵਿੱਚ ਰਹਿ ਰਹੇ ਸੀ ਤੇ ਉਹਨਾਂ ਦੇ ਨਾਲ ਮਾਨਸਾ ਦੀ ਦੀਪਿਕਾ, ਮੁਸਕਾਨ ਅਤੇ ਬੁਢਲਾਡਾ ਕਸਬੇ ਦੀ ਇੱਕ ਹੋਰ ਮੁਟਿਆਰ ਪੜ੍ਹਨ ਦੇ ਵਾਸਤੇ ਗਈ ਸੀ ਤੇ ਆਪੋ ਆਪਣੀ ਹਿੰਮਤ ਦੇ ਸਦਕਾ ਇਹ ਆਪੋ ਆਪਣੇ ਘਰ ਪਰਤ ਆਏ ਹੈ। ਮੁਕੇਸ਼ ਨੇ ਦੱਸਿਆ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ। ਯੂਕਰੇਨ ਦੀਆਂ ਫੌਜੀ ਚੌਂਕੀਆਂ ਰੂਸਾਂ ਨੇ ਤਬਾਹ ਕਰ ਦਿੱਤੀਆਂ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ, ਖਾਸ ਕਰਕੇ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਨੂੰ ਕਦੇ ਆ ਕੇ ਕੋਈ ਮਿਲਿਆ ਨਹੀਂ, ਕਦੇ ਉਹਨਾਂ ਨੇ ਕੋਈ ਸਾਰ ਨਹੀਂ ਲਈ। ਮੁਕੇਸ਼ ਨੇ ਇਹ ਵੀ ਦੱਸਿਆ ਕਿ ਖੁਦ ਉਹਨਾਂ ਨੇ ਪ੍ਰਬੰਧ ਕੀਤਾ, ਖੁਦ ਪ੍ਰਬੰਧ ਕਰਕੇ ਪੋਲੈਂਡ ਦੀ ਸਰਹੱਦ ਤੱਕ ਪਹੁੰਚੇ। ਪੋਲੈਂਡ ਪਹੁੰਚਣ ਤੋਂ ਬਾਅਦ ਪੱਲਿਓਂ ਉਹਨਾਂ ਨੇ ਫਿਰ ਟਿਕਟ ਖਰੀਦੀ, ਫਿਰ ਉਹ ਘਰ ਪਰਤੇ ਆ। ਉਹਨਾਂ ਇਹ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਮਦਦ, ਜਿਹੜੀਆਂ ਖਬਰਾਂ ਤੁਸੀਂ ਵੇਖ ਸੁਣ ਰਹੇ ਹੋ, ਇਹ ਸਭ ਕਹਿਣ ਕਹਾਉਣ ਦੀਆਂ ਗੱਲਾਂ ਨੇ। ਜੰਗ ਦੇ ਵਿੱਚ ਫਸੇ ਹੋਏ ਵਿਦਿਆਰਥੀਆਂ ਦੀ ਜਿਹੜੀ ਹਾਲਤ ਆ, ਕਹਿੰਦੇ ਮੈਨੂੰ ਬਿਆਨ ਵੀ ਨਹੀਂ ਕਰ ਸਕਦਾ, ਇੰਨੀ ਕੁ ਮੁਸ਼ਕਲ ਹੈ। ਉਹਨਾਂ ਨੂੰ ਪੁੱਛਿਆ ਗਿਆ ਕਿ ਅੰਬੈਸੀ ਨੇ ਕੋਈ ਮਦਦ ਕੀਤੀ। ਉਹ ਕਹਿੰਦੇ ਅੰਬੈਸੀ ਵੱਲੋਂ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਨਹੀਂ, ਕੋਈ ਮਦਦ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਸਾਨੂੰ ਖਾਣ ਪੀਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ ਗਿਆ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਸਰਹੱਦਾਂ ਤੇ ਕੁੱਟਮਾਰ ਵੀ ਹੁੰਦੀ ਹੈ। ਉੱਥੇ ਕਿਉਂ ਹੁੰਦੀ ਹੈ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਅੰਬੈਸੀ ਦਾ ਉੱਥੇ ਕੋਈ ਅਧਿਕਾਰੀ ਹੈ ਨਹੀਂ। ਇਸੇ ਤਰ੍ਹਾਂ ਮਾਨਸਾ ਦਾ ਸੰਦੀਪ ਨੇ ਵੀ ਅੰਬੈਸੀ ਤੇ ਸਵਾਲ ਚੁੱਕਿਆ। ਉਹਨਾਂ ਨੇ ਕਿਹਾ ਕਿ ਅੰਬੈਸੀ ਨੇ ਕਿਸੇ ਵੀ ਤਰ੍ਹਾਂ ਦੀ ਸਾਡੀ ਕੋਈ ਮਦਦ ਨਹੀਂ ਕੀਤੀ, ਜਿਸ ਕਾਰਨ ਉਹਨਾਂ ਨੇ ਖੁਦ ਹੰਬਲਾ ਮਾਰਿਆ ਤੇ ਹੰਬਲਾ ਮਾਰ ਕੇ ਘਰ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ। ਇਸੇ ਤਰ੍ਹਾਂ ਪਿਹੋਵਾ ਦੀ ਸਾਕਸ਼ੀ ਸਿੰਗਲਾ, ਉਹ ਵੀ ਆਪਣੇ ਘਰ ਪਰਤੀ ਹੈ। ਉਹਨਾਂ ਨੇ ਦੱਸਿਆ ਕਿ ਤਕਰੀਬਨ 1 ਹਫ਼ਤਾ ਪਰੇਸ਼ਾਨੀ ਝੱਲੀ। 1 ਹਫ਼ਤੇ ਭਰ ਦੀ ਪਰੇਸ਼ਾਨੀ ਝੱਲਣ ਤੋਂ ਬਾਅਦ ਲੱਗਦਾ ਸੀ ਕਿ ਮੌਤ ਅੱਖਾਂ ਮੂਹਰੇ ਨੱਚਦੀ ਹੈ, ਪਰ ਆਖਰਕਾਰ ਘਰ ਦਾ ਦਰਵਾਜ਼ਾ, ਦਹਲੀਜ਼ ਵੇਖਣੀ ਨਸੀਬ ਹੋ ਗਈ ਹੈ। ਉਹਨਾਂ ਦੇ ਦੱਸਣ ਦੇ ਅਨੁਸਾਰ ਪਹਿਲਾਂ 24 ਫਰਵਰੀ ਨੂੰ ਯੂਕਰੇਨ ਛੱਡਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਰੂਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਉਹ ਉੱਥੋਂ ਦੇ ਇੱਕ ਹੋਟਲ ਦੇ ਵਿੱਚ ਰੁਕ ਗਏ ਤੇ 5 ਦਿਨ ਫਿਰ ਉਸੇ ਹੋਟਲ ਦੇ ਵਿੱਚ ਰੁਕੇ ਰਹੇ। ਫਿਰ ਉਹ ਕਹਿੰਦੇ ਅਸੀਂ ਭਾਰਤ ਦੇ ਸਫਾਰਤਖਾਨੇ ਦੇ ਨਾਲ ਸੰਪਰਕ ਕੀਤਾ। ਭਾਰਤੀ ਅਧਿਕਾਰੀਆਂ ਨੇ ਉਹਨਾਂ ਨੂੰ ਉੱਥੇ ਹੀ ਰੁਕਣ ਦੀ ਸਲਾਹ ਦਿੱਤੀ। ਇਹਦੇ ਤੋਂ ਬਾਅਦ ਉਹ ਕਹਿੰਦੇ ਖੁਦ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਕਰਦਿਆਂ ਉਹਨਾਂ ਤਕਰੀਬਨ 50 ਵਿਦਿਆਰਥੀ ਸੀ, ਉਹਨਾਂ ਦੇ ਨਾਲ ਮਿਲ ਕੇ ਇੱਕ ਬੱਸ ਖੁਦ ਕਿਰਾਏ ਤੇ ਕੀਤੀ। ਫਿਰ ਉਹਨਾਂ ਨੇ ਰੋਮਾਨੀਆ ਦੀ ਸਰਹੱਦ ਵੱਲ ਝਾਲੇ ਪਾਏ। 25 ਘੰਟਿਆਂ ਦੇ ਸਫ਼ਰ ਤੋਂ ਬਾਅਦ ਉਹ ਰੋਮਾਨੀਆ ਦੀ ਸਰਹੱਦ ਦੇ ਨੇੜੇ ਪਹੁੰਚੇ, ਪਰ ਉਹ ਕਹਿੰਦੇ ਸਰਹੱਦ ਤੋਂ ਤਕਰੀਬਨ 12 ਕਿਲੋਮੀਟਰ ਪਿੱਛੇ ਬੱਸ ਨੇ ਉਤਾਰ ਦਿੱਤਾ ਤੇ ਉੱਥੋਂ ਉਹ ਤੁਰ ਕੇ ਗਏ। ਬੈਠਣ ਦਾ ਕਹਿੰਦੇ ਕੋਈ ਪ੍ਰਬੰਧ ਨਹੀਂ ਸੀ। ਉੱਪਰੋਂ ਬਰਫ਼ਬਾਰੀ ਹੋ ਰਹੀ ਸੀ, ਕੜਾਕੇ ਦੀ ਸਰਦੀ ਸੀ ਤੇ ਉਸ ਕੜਾਕੇ ਦੀ ਸਰਦੀ ਦੇ ਵਿੱਚ 12 ਘੰਟੇ ਖੜ ਕੇ ਗੁਜ਼ਾਰੇ। ਇਹਦੇ ਤੋਂ ਬਾਅਦ ਸਰਹੱਦ ਪਾਰ ਕਰਨ ਤੇ ਅੰਬੈਸੀ ਨੇ ਉਹਨਾਂ ਦੀ ਮਦਦ ਕੀਤੀ। ਸਾਕਸ਼ੀ ਨੇ ਦੱਸਿਆ ਕਿ ਖਾਣ ਪੀਣ ਦੀ ਜ਼ਰੂਰ ਘਾਟ ਆ ਉੱਥੇ, ਸਾਰੀਆਂ ਦੁਕਾਨਾਂ ਨੇੜੇ ਤੇੜੀਆਂ ਬੰਦ ਨੇ, ਪਰ ਨੇੜਲੇ ਮੁਲਕਾਂ ਦੀਆਂ ਸਰਹੱਦਾਂ ਤੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਖਾਣ ਪੀਣ ਦੇ ਪ੍ਰਬੰਧ ਜ਼ਰੂਰ ਨਜ਼ਰ ਆਏ। ਸਾਕਸ਼ੀ ਦੇ ਅਨੁਸਾਰ ਯੂਕਰੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਹੋਸਟਲ ਖਾਲੀ ਕਰਵਾ ਦਿੱਤੇ ਗਏ ਹੈ। ਜਿਨ੍ਹਾਂ ਗੱਡੀਆਂ ਦੇ ਉੱਤੇ ਤਿਰੰਗੇ ਝੰਡੇ ਲੱਗੇ ਹੋਏ ਉਹਨਾਂ ਨੂੰ ਸਹੂਲਤ ਮਿਲ ਰਹੀ ਹੈ। ਤਿਰੰਗੇ ਵਾਲੀਆਂ ਗੱਡੀਆਂ ਵਿੱਚ ਬੈਠੇ ਯਾਤਰੀਆਂ ਦੇ ਪਾਸਪੋਰਟ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਅੱਗੇ ਜਾਣ ਦਿੱਤਾ ਜਾਂਦਾ ਹੈ।
ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੋਣਗੀਆਂ ਤੇ ਕਿੰਨੇ ਉਹ ਡਰੇ ਤੇ ਕਿੰਨੇ ਸਹਿਮੇ ਹੋਣਗੇ। ਇਸ ਤਰ੍ਹਾਂ ਖਾਰਕੀਵ ਦੇ ਨੇੜੇ ਇੱਕ ਹੋਰ ਸ਼ਹਿਰ ਪੈਂਦਾ ਹੈ। ਉੱਥੋਂ ਦੇ ਰੇਲਵੇ ਸਟੇਸ਼ਨ ਤੇ 1700 ਤੋਂ ਵੱਧ ਵਿਦਿਆਰਥੀਆਂ ਦੇ ਫਸੇ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਉਹਨਾਂ ਵਿੱਚੋਂ ਬਹੁਤੇ ਪੰਜਾਬੀ ਨੇ। ਰੇਲਵੇ ਸਟੇਸ਼ਨ ਦੇ ਉੱਤੇ ਖਾਣ ਪੀਣ ਦਾ ਸਮਾਨ ਜਾਂ ਖਰੀਦਣ ਲਈ ਬਹੁਤ ਵੱਡੀ ਇਸ ਵਕਤ ਕਹਿੰਦੇ ਸਮੱਸਿਆ ਹੈ। ਪਰ ਹੁਣ ਉੱਥੇ ਪ੍ਰਸ਼ਾਸਨ ਨੇ ਹੋਰ ਸਖਤੀ ਕਰ ਦਿੱਤੀ ਹੈ। ਪਹਿਲਾਂ ਕੀ ਸੀ ਕਿ ਇਹ ਵਿਦਿਆਰਥੀ ਜਿਵੇਂ ਕਿਵੇਂ ਦੀ ਸਥਿਤੀ ਵਿੱਚ ਸੀ ਉੱਥੋਂ ਫੋਟੋ ਖਿੱਚਦੇ ਤੇ WhatsApp ਕਰ ਦਿੰਦੇ ਸੀ, ਕੋਈ ਵੀਡੀਓ ਬਣਾਉਂਦੇ ਸੀ, ਅਸੀਂ ਫਸੇ ਹੋਏ ਹਾਂ, ਅਸੀਂ ਬਚ ਰਹੇ ਹਾਂ, ਅਸੀਂ ਅੱਗੇ ਵਧ ਰਹੇ ਹਾਂ, ਕੋਈ ਵੀਡੀਓ ਕਲਿੱਪ ਬਣਾਉਂਦੇ ਸੀ ਤੇ ਆਪਣੇ ਮਾਪਿਆਂ ਨੂੰ ਭੇਜ ਦਿੰਦੇ ਸੀ। ਪਰ ਹੁਣ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ਦੇ ਉੱਤੇ ਮੁਕੰਮਲ ਤੌਰ ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਨੂੰ ਰੇਲ ਗੱਡੀ ਵਿੱਚ ਚੜ੍ਹਨ ਸਮੇਂ ਨਸਲੀ ਟਿੱਪਣੀਆਂ ਦਾ ਵੀ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜੰਗ ਦੇ ਕਾਰਨ ਉੱਥੇ ਦਹਿਸ਼ਤ ਦਾ ਮਾਹੌਲ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਜੰਗ ਦੇ ਹਾਲਾਤ ਕਿਹੋ ਜਿਹੇ ਹੁੰਦੇ ਆ। ਉੱਪਰੋਂ ਦੀ ਉਹ ਕਹਿੰਦੇ ਹੱਡ ਚੀਰਵੀਂ ਠੰਡ ਵੀ ਹੈ, ਜਿਹਦੇ ਕਰਕੇ ਵਿਦਿਆਰਥੀਆਂ ਦਾ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ। ਜਾਣਕਾਰੀ ਦੇ ਅਨੁਸਾਰ ਖਾਰਕੀਵ ਦੇ ਹੋਸਟਲਾਂ ਦੇ ਵਿੱਚੋਂ 1200 ਦੇ ਕਰੀਬ ਵਿਦਿਆਰਥੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਰੇਲਵੇ ਸਟੇਸ਼ਨ ਤੇ ਪਹੁੰਚੇ। ਉੱਥੇ ਹੀ ਖਾਰਕੀਵ ਤੋਂ ਤਕਰੀਬਨ 35 ਕਿਲੋਮੀਟਰ ਦੂਰ ਇੱਕ ਜਿਹੜਾ ਰੇਲਵੇ ਸਟੇਸ਼ਨ ਜਿਸ ਦਾ ਮੈਂ ਜ਼ਿਕਰ ਕਰ ਰਿਹਾ, ਉੱਥੇ 500 ਵਿਦਿਆਰਥੀ ਪਹਿਲਾਂ ਹੀ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਏ ਸੀ। ਤਕਰੀਬਨ 1700 ਵਿਦਿਆਰਥੀ ਉੱਥੇ ਫਸਿਆ ਹੋਇਆ ਹੈ। ਉਹਨਾਂ ਵੱਲੋਂ ਆਪਣੇ ਮਾਪਿਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਯੂਕਰੇਨ ਦੇ ਵਿੱਚੋਂ ਬਾਹਰ ਨਿਕਲਣ ਦੇ ਵਾਸਤੇ ਵਿਦਿਆਰਥੀ ਪੋਲੈਂਡ, ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਹੋਰ ਮੁਲਕਾਂ ਵੱਲ ਉਹਨਾਂ ਦੀਆਂ ਸਰਹੱਦਾਂ ਵੱਲ ਰਵਾਨਾ ਹੋ ਰਹੇ ਨੇ। ਸਾਰੇ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਨੇ, ਪਰ ਕਾਮਨਾ ਕਰਦੇ ਹਾਂ ਕਿ ਸਾਰੇ ਨਿਕਲ ਆਉਣ। ਪਰ ਕੱਲ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ 300 ਦੇ ਲਗਭਗ ਪੰਜਾਬ ਨਾਲ ਸੰਬੰਧਿਤ ਵਿਦਿਆਰਥੀ ਹੈ, ਨੌਜਵਾਨ ਨੇ, ਮੁਟਿਆਰਾਂ ਨੇ, ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ। ਉਹਨਾਂ ਦੇ ਮਾਪੇ ਚਿੰਤਤ ਨੇ। ਹੁਣ ਇਸ ਖਬਰ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਪੰਜਾਬ ਤੋਂ ਦਰਅਸਲ ਨੌਜਵਾਨਾਂ ਦਾ ਬਾਹਰ ਜਾਣ ਦਾ, ਵਿਦੇਸ਼ ਜਾਣ ਦਾ ਬਹੁਤ ਸਾਰਾ ਕਰੇਜ਼ ਵੀ ਹੈ। ਉਹਦੇ ਵਿੱਚ ਲੜਕੇ ਲੜਕੀਆਂ ਸ਼ਾਮਲ ਨੇ ਤੇ ਇਸ ਕਰੇਜ਼ ਦਾ ਕਈ ਵਾਰੀ ਕੁਝ ਟਰੈਵਲ ਏਜੰਟ ਫਾਇਦਾ ਉਠਾਉਂਦੇ ਆ ਤੇ ਸਮੇਂ-ਸਮੇਂ ਤੇ ਉਠਾਉਂਦੇ ਵੀ ਰਹਿਣਗੇ। ਹੁਣ ਯੂਕਰੇਨ ਦੇ ਵਿੱਚ ਰੂਸ ਨੇ ਜੰਗ ਛੇੜ ਦਿੱਤੀ ਹੈ। ਹੁਣ ਇਹ ਪਤਾ ਲੱਗ ਰਿਹਾ ਸੀ ਕਿ ਕੁਝ ਵਿਦਿਆਰਥੀ ਨੇ ਜਿਨ੍ਹਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ, ਉਹ ਲਾਪਤਾ ਨੇ। ਮੈਂ ਕੱਲ ਵੀ ਲਾਪਤਾ ਆਖਿਆ ਸੀ, ਅਗਵਾ ਨਹੀਂ ਸੀ ਆਖਿਆ। ਉਹ ਲਾਪਤਾ ਨੇ। ਉਹ ਕਿੱਥੇ ਗਏ ਇਹਦੇ ਬਾਬਤ ਕੋਈ ਪਤਾ ਨਹੀਂ, ਕਿਉਂਕਿ ਮਾਪਿਆਂ ਦੇ ਨਾਲ ਜਾਂ ਕਿਸੇ ਨਾਲ ਉਹਨਾਂ ਦਾ ਸੰਪਰਕ ਨਹੀਂ ਹੋ ਰਿਹਾ। ਇਹ ਸੰਭਾਵਨਾ ਹੁਣ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਦਿਆਰਥੀ ਲਾਪਤਾ ਦੱਸੇ ਜਾ ਰਹੇ ਨੇ, ਜਿਹੜੇ ਇਸ ਵਕਤ ਕਿਸੇ ਦੇ ਸੰਪਰਕ ਵਿੱਚ ਨਹੀਂ, ਉਹਨਾਂ ਵਿੱਚੋਂ ਕੁਝ ਯੂਰਪ ਦੀ ਹੱਦ ਵਿੱਚ ਦਾਖਲ ਹੋ ਚੁੱਕੇ ਹੋਣਗੇ, ਸ਼ਾਇਦ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ। ਤੇ ਇਹ ਵੀ ਖਬਰ ਆ ਰਹੀ ਹੈ ਕਿ ਕੁਝ ਇਸ ਤਰ੍ਹਾਂ ਦੇ ਵਿਦਿਆਰਥੀ ਹੈ ਜਿਹੜੇ ਭਾਰਤ ਵਿੱਚ ਕੁਝ ਟਰੈਵਲ ਏਜੰਟਾਂ ਦੇ ਸੰਪਰਕ ਵਿੱਚ ਸੀ। ਸ਼ਾਇਦ ਉਹਨਾਂ ਏਜੰਟਾਂ ਨੇ ਫਿਰ ਇਸ ਮੌਕੇ ਦਾ ਫਾਇਦਾ ਉਠਾਇਆ ਹੋਣਾ ਹੈ ਤੇ ਸਲਾਹ ਦਿੱਤੀ ਹੋਣੀ ਹੈ ਕਿ ਭਾਈ ਆਓ ਤੁਹਾਨੂੰ ਕਿਸੇ ਹੋਰ ਮੁਲਕ ਵਿੱਚ ਲੈ ਚੱਲਦੇ ਹਾਂ। ਇਸ ਰਵੱਈਏ ਕਾਰਨ ਇੱਕ ਵਾਰ ਮੁੜ ਵਿਦਿਆਰਥੀਆਂ ਦਾ ਭਵਿੱਖ ਦਵਾ ਤੇ ਲੱਗਿਆ ਲੱਗਦਾ ਹੈ। ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈ। ਲਗਭਗ 18,000 ਵਿਦਿਆਰਥੀ ਦੱਸੇ ਜਾ ਰਹੇ ਸੀ ਬੀਤੇ ਦਿਨੀ ਕਿ ਜਿਹੜੇ ਉੱਥੇ ਸਟਕ ਸੀ, ਪਰ ਹੁਣ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਤਕਰੀਬਨ 18,000 ਵਿਦਿਆਰਥੀ ਉੱਥੋਂ ਕੱਢ ਲਏ ਹੈ, ਜਦੋਂ ਕਿ ਜਿਹੜੇ ਬਾਕੀ ਦੇ ਰਹਿੰਦੇ ਨੇ ਉਹਨਾਂ ਨੂੰ ਕੱਢਣ ਦੇ ਵਾਸਤੇ ਮਿਸ਼ਨ ਗੰਗਾ ਚੱਲ ਰਿਹਾ ਹੈ ਅਤੇ 10 ਮਾਰਚ ਤੱਕ ਇਹ ਮਿਸ਼ਨ ਚੱਲਦਾ ਰਹੇਗਾ। ਇਸੇ ਦਰਮਿਆਨ ਕੁਝ ਯੂਰਪੀ ਮੁਲਕਾਂ ਦੇ ਵਿੱਚ ਭਾਰਤੀ ਵਿਦਿਆਰਥੀ ਨੂੰ ਆਪਣੇ ਮੁਲਕ ਦੇ ਵਿੱਚ ਆਉਣ ਵਾਸਤੇ ਬਗੈਰ ਵੀਜ਼ੇ ਤੋਂ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ, ਕਿਉਂਕਿ ਜੰਗ ਦੇ ਹਾਲਾਤ ਨੇ। ਇਹਨਾਂ ਦੇਸ਼ਾਂ ਤੋਂ ਹੀ ਗੰਗਾ ਮਿਸ਼ਨ ਤਹਿਤ ਵਿਦਿਆਰਥੀ ਨੂੰ 에ਅਰਲਿਫਟ ਕੀਤਾ ਜਾ ਰਿਹਾ ਹੈ। ਹੁਣ ਜਿਹੜੇ ਵਿਦਿਆਰਥੀਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਨੇ, ਉਹਨਾਂ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ ਕਿ ਅਸਲ ਦੇ ਵਿੱਚ ਯੂਕਰੇਨ ਦੇ ਵਿੱਚ ਜਿੱਥੇ ਮੁੰਡੇ ਕੁੜੀਆਂ MBBS ਦੀ ਪੜ੍ਹਾਈ ਕਰਨ ਵਾਸਤੇ ਜਾਂਦੇ ਆ, ਉੱਥੇ ਹੀ ਰਸ਼ੀਅਨ ਲੈਂਗੁਏਜ ਕੋਰਸ ਵਾਸਤੇ ਵੀ ਕੁਝ ਟਰੈਵਲ ਏਜੰਟ ਇਹਨਾਂ ਲੜਕੇ ਲੜਕੀਆਂ ਨੂੰ ਭੇਜਦੇ ਆ। ਲੈਂਗੁਏਜ ਕੋਰਸ ਦਾ ਤਾਂ ਕਹਿੰਦੇ ਇੱਕ ਬਹਾਨਾ ਹੁੰਦਾ ਹੈ। ਇਸ ਲੈਂਗੁਏਜ ਕੋਰਸ ਦੀ ਆੜ ਦੇ ਵਿੱਚ ਏਜੰਟ ਇਹਨਾਂ ਲੜਕੇ ਲੜਕੀਆਂ ਨੂੰ ਯੂਰਪੀ ਬਾਰਡਰ ਪਾਰ ਕਰਵਾਉਂਦੇ ਆ ਤੇ ਮੋਟੀ ਕਮਾਈ ਕਰਦੇ ਆ। ਯੂਕਰੇਨ ਤੋਂ ਪੋਲੈਂਡ ਲਗਭਗ 1100 ਕਿਲੋਮੀਟਰ ਦੀ ਦੂਰੀ ਤੇ ਹੈ। ਯੂਕਰੇਨ ਦੇ ਵਿੱਚ ਕੋਰਸ ਕਰਨ ਗਏ ਮੁੰਡੇ ਕੁੜੀਆਂ ਨੂੰ ਕਾਰ ਦੇ ਵਿੱਚ ਏਜੰਟ ਬਿਠਾਉਂਦੇ ਆ ਅਤੇ ਬਾਰਡਰ ਕਹਿੰਦੇ ਪਾਰ ਕਰਵਾ ਦਿੰਦੇ ਆ। ਹੁਣ ਜੇ ਸੱਚਮੁੱਚ ਇੰਜ ਹੋਇਆ ਤਾਂ ਇਹਦਾ ਮਤਲਬ ਠੱਗ ਇੱਕ ਵਾਰ ਫਿਰ ਤੋਂ ਠੱਗੀਆਂ ਲਾ ਗਏ। ਵੈਸੇ ਉੱਥੇ ਵੀਜ਼ੇ ਦਾ ਨਿਯਮ ਬੜਾ ਸਖਤ ਹੁੰਦਾ ਹੈ। ਖਾਸ ਤੌਰ ਤੇ ਯੂਰਪ ਜਾਣ ਦੇ ਜਿਹੜੇ ਸ਼ੌਕੀਨ ਲੋਕ ਨੇ, ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਨੇ, ਜਿਨ੍ਹਾਂ ਨੂੰ ਵੀਜ਼ਾ ਮਿਲਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਸੈਨਿਗਨ ਵੀਜ਼ਾ ਆਸਾਨੀ ਨਾਲ ਨਹੀਂ ਸੀ ਮਿਲਦਾ।
ਖਾਸ ਤੌਰ ਤੇ ਇਟਲੀ ਤੇ ਫਰਾਂਸ ਵਰਗੇ ਦੇਸ਼ਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੀਜ਼ਾ ਲੈਣ ਦੇ ਵਾਸਤੇ ਬਹੁਤ ਸਖਤ ਨਿਯਮਾਂ ਦਾ ਪਾਲਣਾ ਕਰਨਾ ਪੈਂਦੀ ਹੈ। ਇਸੇ ਕਾਰਨ ਏਜੰਟ ਯੂਰਪੀ ਮੁਲਕਾਂ ਵਿੱਚ ਭਾਰਤ ਨੂੰ ਪਹੁੰਚਾਉਣ ਲਈ ਯੂਕਰੇਨ ਦਾ ਸਹਾਰਾ ਲੈਂਦੇ ਰਹੇ ਹੈ। ਪੰਜਾਬ ਦੇ ਏਜੰਟ ਯੂਕਰੇਨ ਦੇ ਵਿੱਚ ਲੈਂਗੁਏਜ ਦਾ ਕੋਰਸ ਕਰਵਾਉਣ ਲਈ ਤਕਰੀਬਨ 5 ਲੱਖ ਰੁਪਏ ਲੈਂਦੇ ਹੈ, ਜਦੋਂ ਕਿ ਇਹ ਕੋਰਸ ਸਿਰਫ 8 ਮਹੀਨੇ ਦਾ ਹੁੰਦਾ ਹੈ। ਸ਼ਾਇਦ ਜਿਹੜੇ ਆ ਨੌਜਵਾਨ ਜਿਨ੍ਹਾਂ ਦੀ ਗਿਣਤੀ 300 ਦੱਸੀ ਜਾ ਰਹੀ ਹੈ, ਏਜੰਟਾਂ ਦੀ ਇੱਕ ਸਕੀਮ, ਇੱਕ ਪਲੈਨਿੰਗ ਦਾ ਹਿੱਸਾ ਹੋ ਸਕਦਾ ਹੈ। ਚਰਚਾ ਹੈ ਕਿ ਭਾਰਤ ਤੋਂ ਬਹੁਤ ਸਾਰੇ ਮੁੰਡੇ ਕੁੜੀ ਨੂੰ ਪਹਿਲਾਂ ਵੀ ਏਜੰਟ ਯੂਕਰੇਨ ਪਹੁੰਚਾਉਂਦੇ ਸੀ ਤਾਂ ਜੋ ਸਮਾਂ ਆਉਣ ਤੇ ਉੱਥੋਂ ਉਹਨਾਂ ਨੂੰ ਯੂਰਪ ਦੇ ਵਿੱਚ ਦਾਖਲਾ ਕਰਵਾਇਆ ਜਾ ਸਕੇ। ਹੁਣ ਅਜਿਹੀ ਸਥਿਤੀ ਦੇ ਵਿੱਚ ਇਹ ਵੀ ਸੰਭਾਵਨਾ ਹੈ ਕਿ ਯੂਕਰੇਨ ਰੂਸ ਦੀ ਜੰਗ ਦੀ ਆੜ ਦੇ ਵਿੱਚ ਇਹਨਾਂ ਏਜੰਟਾਂ ਨੇ ਵਿਦਿਆਰਥੀ ਨੂੰ ਪੋਲੈਂਡ ਦਾ ਸਰਹੱਦ ਜਾਂ ਬਾਰਡਰ ਪਾਰ ਕਰਵਾ ਦਿੱਤਾ ਹੋਵੇ ਜਾਂ ਸਲਾਹ ਦਿੱਤੀ ਹੋਵੇ ਤੇ ਉੱਥੋਂ ਉਹਨਾਂ ਨੂੰ ਆਖਿਆ ਹੋਵੇ ਕਿ ਕੁਝ ਦਿਨ ਗਾਇਬ ਰਹੋ। ਜਾਣਕਾਰ ਇਹ ਵੀ ਦੱਸਦੇ ਹੈ ਕਿ ਇਸੇ ਹੀ ਚੱਕਰ ਦੇ ਵਿੱਚ ਯੂਕਰੇਨ ਦੇ ਵਿੱਚ ਗਏ ਵਿਦਿਆਰਥੀ ਹੁਣ ਵਾਪਸ ਭਾਰਤ ਨਹੀਂ ਆਉਣਾ ਚਾਹੁੰਦੇ, ਕਿਉਂਕਿ ਇੱਕ ਵਾਰ ਉਹ ਭਾਰਤ ਆ ਗਏ ਤਾਂ ਵਾਪਸ ਯੂਕਰੇਨ ਜਾਣ ਵਾਸਤੇ ਮੁੜ ਪੈਸੇ ਖਰਚਣੇ ਪੈਣਗੇ। ਸ਼ਾਇਦ ਇਹੀ ਕਾਰਨ ਹੈ ਕਿ ਕਈ ਭਾਰਤੀ ਵਿਦਿਆਰਥੀ ਇਸ ਵਕਤ ਲਾਪਤਾ ਦੱਸੇ ਜਾ ਰਹੇ ਨੇ। ਹੁਣ ਕਈ ਹੋਰ ਦੇਸ਼ ਨੇ ਜਿਹੜੇ ਉੱਥੇ ਆਲੇ ਦੁਆਲੇ ਲੱਗਦੇ ਆ, ਯੂਕਰੇਨ ਦੇ ਨਾਲ ਲੱਗਦੇ ਆ। ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਜਿਹੜੇ ਮੁਲਕਾਂ ਦੇ ਵਿੱਚ ਆਸਰਾ ਦਿੱਤਾ ਜਾ ਰਿਹਾ ਜਾਂ ਸਰਹੱਦਾਂ ਖੋਲੀਆਂ ਨੇ, ਉਹਨਾਂ ਦੇ ਵਿੱਚ ਇੱਕ ਪੋਲੈਂਡ ਵੀ ਹੈ। ਪੋਲੈਂਡ ਸੈਨੇਗਨ ਕੰਟਰੀ ਹੈ, ਉਸ ਕੰਟਰੀਆਂ ਦਾ ਹਿੱਸਾ ਸੈਨੇਗਨ ਦਾ, ਜਿਸ ਨੂੰ ਯੂਰਪੀਅਨ ਵੀ ਕਹਿੰਦੇ ਆ। ਭਾਰਤ ਤੋਂ ਜਾਣ ਵਾਲਿਆਂ ਵਾਸਤੇ ਸ਼ਾਇਦ ਇਹੀ ਸਭ ਤੋਂ ਆਸਾਨ ਹੈ, ਕਿਉਂਕਿ ਇੱਕ ਵਾਰ ਉਹ ਜੇਕਰ ਪੋਲੈਂਡ ਦੇ ਵਿੱਚ ਦਾਖਲ ਹੋ ਜਾਂਦੇ ਆ ਤਾਂ ਸੜਕ ਰਸਤੇ ਜਾਂ ਰੇਲ ਮਾਰਗ ਰਾਹੀਂ ਇਟਲੀ 'ਚ, ਫਰਾਂਸ 'ਚ ਜਾਂ ਕਿਸੇ ਹੋਰ ਯੂਰਪੀ ਮੁਲਕ ਦੇ ਵਿੱਚ ਉਹ ਸੁਖਾਲੇ ਜਾ ਸਕਦੇ ਆ। ਉੱਥੋਂ ਫਿਰ ਇੱਕ ਦੂਸਰੇ ਮੁਲਕ 'ਚ ਜਾਣ ਵਾਸਤੇ ਵੀਜ਼ੇ ਦੀ ਵੀ ਜ਼ਰੂਰਤ ਨਹੀਂ ਪੈਂਦੀ। ਸ਼ਾਇਦ ਇਹ ਸੰਭਾਵਨਾ ਹੈ, ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਹੜੇ ਬੱਚੇ ਇਸ ਵਕਤ ਲਾਪਤਾ ਦੱਸੇ ਜਾ ਰਹੇ ਨੇ, ਕਿਤੇ ਯੂਕਰੇਨ ਤੋਂ ਪੋਲੈਂਡ ਨਾਲ ਚਲੇ ਗਏ ਹੋਣ ਅਤੇ ਪੋਲੈਂਡ ਤੋਂ ਕੁਝ ਏਜੰਟਾਂ ਨੇ ਉਹਨਾਂ ਨੂੰ ਕਿਤੇ ਇਹ ਝਾਂਸਾ ਨਾ ਦਿੱਤਾ ਹੋਵੇ ਕਿ ਤੁਹਾਨੂੰ ਫਲਾਣੇ ਤੁਹਾਨੂੰ ਧਮਕੇ ਮੁਲਕ ਵਿੱਚ ਭੇਜ ਦੇਵਾਂਗੇ। ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲਾਪਤਾ ਵਿਦਿਆਰਥੀ ਨੇ, ਜਿਸ ਗੱਲ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ, ਵੱਡਾ ਖੁਲਾਸਾ ਹੋਇਆ ਕਿ ਸ਼ਾਇਦ ਉਹ ਠੱਗ ਬਣ ਜਾ ਰਹੇ, ਠੱਗ ਗਏ ਹੈ। ਕਿਉਂਕਿ ਠੱਗਾਂ ਦੇ ਕੋਈ ਹਲ ਹੋਲ ਨਹੀਂ ਚੱਲਦੇ ਹੁੰਦੇ। ਕੋਵਿਡ ਦੇ ਦੌਰਾਨ ਵੀ ਠੱਗੀਆਂ ਲੱਗੀਆਂ ਨੇ, ਆ ਜੰਗ ਦੇ ਦੌਰਾਨ ਵੀ ਸੱਚਮੁੱਚ ਜੇਕਰ ਇਹ ਠੱਗੀ ਲੱਗੀ ਹੈ ਤਾਂ ਬਹੁਤ ਵੱਡਾ ਮਨੁੱਖਤਾ ਦੇ ਉੱਤੇ ਧੱਬਾ ਹੈ, ਕਿਉਂਕਿ ਇੱਕ ਵਾਰੀ ਫੇਰ ਉਹਨਾਂ ਨੇ ਉਹਨਾਂ ਦੇ ਇਸ ਔਖੀ ਘੜੀ ਦੇ ਵਿੱਚ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਆਪਾਂ ਪਹਿਲਾਂ ਵੀ ਦੇਖਿਆ ਤੇ ਹੁਣ ਵੀ ਵਿਦਿਆਰਥੀ ਦੱਸਦੇ ਆ ਕਿ ਉੱਥੇ ਧੱਕੇ ਨਾਲ ਕਹਿੰਦੇ ਆ ਕਿ ਭਾਈ ਕਿਰਾਇਆ ਤੁਹਾਡਾ ਖਤਮ ਹੋ ਗਿਆ, ਭਾਵੇਂ ਬਾਰਡਰ 50 ਕਿਲੋਮੀਟਰ ਦਾ ਉੱਤਰ ਜਾਓ। ਇਹ ਵੀ ਪਤਾ ਲੱਗਿਆ ਖਾਣ ਪੀਣ ਦੀਆਂ ਪਦਾਰਥਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ। ਇਹ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਪਹਿਲਾਂ ਲੋਕ ਫਲਾਈਟਾਂ ਬੁੱਕ ਕਰਨ ਲੱਗੇ, ਜਿਹੜੀ 30-35 ਹਜ਼ਾਰ ਦੀ ਟਿਕਟ ਸੀ, ਕੋਈ 70 ਹਜ਼ਾਰ ਦੇ ਵਿੱਚ, ਕੋਈ ਲੱਖ ਰੁਪਏ ਵਿੱਚ, ਕੋਈ 1.25 ਲੱਖ ਰੁਪਏ 'ਚ ਵੇਚ ਰਿਹਾ ਸੀ। ਭਾਵ ਠੱਗ ਵਣਜਾਰੇ ਸਰਗਰਮ ਹੋਏ ਨੇ। ਤੇ ਹੁਣ ਰੂਸ ਤੇ ਯੂਕਰੇਨ ਇੱਕ ਦੂਸਰੇ ਦੇ ਸਾਹਮਣੇ ਨੇ। ਇਸ ਜੰਗ ਨੂੰ ਕਿਵੇਂ ਰੋਕਿਆ ਜਾਵੇ, ਇਸ ਵਾਸਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਰੂਸ ਦੇ ਰਾਸ਼ਟਰਪਤੀ ਪੁਤਨ ਦੇ ਨਾਲ ਮੁਲਾਕਾਤ ਕਰਨ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਹੈ। ਨਾਲ ਹੀ ਉਹਨਾਂ ਨੇ ਆਪਣੇ ਇਸ ਪ੍ਰਸਤਾਵ ਤੇ ਇੱਕ ਵਿਅੰਗ ਵੀ ਕੱਸਿਆ। ਉਹਨਾਂ ਨੇ ਰਾਸ਼ਟਰਪਤੀ ਪੁਤਨ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨਾਲ ਜਿਹੜੀ ਮੁਲਾਕਾਤ ਹੋਈ ਹੈ, ਉਹ ਮੁਲਾਕਾਤ ਦੀਆਂ ਤਸਵੀਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੇਰੇ ਨਾਲ ਬੈਠ ਕੇ ਵੀ ਗੱਲਬਾਤ ਕਰ ਲਓ। ਦੱਸਣਾ ਬਣਦਾ ਹੈ ਕਿ ਪੁਤਨ ਤੇ ਮੈਕਰੋਨ ਦੀ ਮੁਲਾਕਾਤ ਹੋਈ ਸੀ। ਤਸਵੀਰਾਂ 'ਚ ਇੱਕ ਬਹੁਤ ਵੱਡਾ ਇੱਕ ਲੰਬਾ ਮੇਜ਼, ਜਿਸ ਤੇ ਇੱਕ ਪਾਸੇ ਪੁਤਨ ਤੇ ਦੂਸਰੇ ਪਾਸੇ ਮੈਕਰੋਨ ਬੈਠੇ ਨਜ਼ਰ ਆ ਰਹੇ ਸੀ। ਜ਼ੈਲੈਂਸਕੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਤੁਸੀਂ ਕਿਹੜੀ ਗੱਲ ਤੋਂ ਡਰਦੇ ਹੋ, ਆਓ ਮੇਰੇ ਨਾਲ ਵੀ ਗੱਲਬਾਤ ਕਰ ਲਓ। ਜ਼ੈਲੈਂਸਕੀ ਨੇ ਕਿਹਾ ਕਿ ਗੱਲਬਾਤ ਕਰਨਾ ਸਾਂਝੇਦਾਰੀ ਹੈ, ਗੱਲਬਾਤ ਜੰਗ ਤੋਂ, ਯੁੱਧ ਤੋਂ ਕਿਤੇ ਬਿਹਤਰ ਹੋਇਆ ਕਰਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਦੇ ਹਮਲੇ ਲਗਾਤਾਰ 8ਵੇਂ ਦਿਨ ਵੀ ਯੂਕਰੇਨ ਤੇ ਜਾਰੀ ਰਹੇ। ਰਾਜਧਾਨੀ ਕੀਵ ਤੋਂ ਇਲਾਵਾ ਖਾਰਕੀਵ ਤੇ ਕਈ ਹੋਰ ਵੱਡੇ ਸ਼ਹਿਰ ਇਸ ਵਕਤ ਰੂਸ ਦੇ ਹਵਾਈ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਕੁਝ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਨੇ। ਹੁਣ ਰੂਸ ਅਤੇ ਯੂਕਰੇਨ ਦੇ ਦਰਮਿਆਨ ਪੋਲੈਂਡ ਦੀ ਸਰਹੱਦ ਤੇ ਦੂਸਰੇ ਦੌਰ ਦੀ ਗੱਲਬਾਤ ਹੋਈ, ਪਰ ਬਹੁਤੀ ਕਾਮਯਾਬਤਾ ਨਹੀਂ ਦੱਸੀ ਗਈ। ਪਰ ਦੋਵੇਂ ਮੁਲਕ ਇਹਨਾਂ ਕੁਝ ਕੁ ਗੱਲਾਂ ਤੇ ਸਹਿਮਤ ਹੋਏ ਹੈ ਕਿ ਮਨੁੱਖਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਮਨੁੱਖਤਾ ਨੂੰ ਆਧਾਰ ਬਣਾ ਕੇ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਾਣੀ ਵੀ ਪਹੁੰਚਾਇਆ ਜਾਵੇ। ਜਿਨ੍ਹਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ, ਦਵਾਈਆਂ ਵੀ ਪੁੱਜਦੀਆਂ ਕੀਤੀਆਂ ਜਾਣ। ਕਿਉਂਕਿ ਬਹੁਤ ਸਾਰੇ ਲੋਕ ਨੇ, ਅੱਜ ਹੀ ਮੈਂ ਇੱਕ ਖਬਰ ਵੇਖ ਰਿਹਾ ਸੀ ਕਿ ਇੱਕ ਆਦਮੀ ਆਪਣੇ ਪੁੱਤਰ ਦੀ ਲਾਸ਼ ਦੇ ਉੱਤੇ ਸਿਰ ਸੁੱਟ ਕੇ ਬੈਠਾ ਹੈ। ਬਹੁਤ ਛੋਟਾ ਜਿਹਾ ਬੱਚਾ ਜਿਹੜਾ ਮਰਿਆ।
इस तरह एक हस्पताल ਦੇ ਵਿੱਚ मैं वेख रहा सी कि एक 13-14 साल का बच्चा ਉਹਦੀਆਂ ਦੋਵੇਂ ਲੱਤਾਂ उड़ ਗਈਆਂ ਨੇ। इस तरह हस्पताल के डॉक्टरों ने दस्सिया कि बहुत सारे बच्चे ने, बहुत सारे लोग ने ਜਿਹੜੇ ਆਪਣੀਆਂ ਹੁਣ तक जानां गवा चुके ਨੇ। ਇਹਦੇ ਤੋਂ ਇਲਾਵਾ ਦੋਵਾਂ ਮੁਲਕਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ ਕਿ ਲੋਕਾਂ ਨੂੰ ਕੱਢਣ ਵਾਸਤੇ ਹਿਊਮਨ ਕੈਰੀਡੋਰ ਬਣਾਇਆ ਜਾਵੇ ਤੇ ਤੀਸਰੇ ਦੌਰ ਦੀ ਗੱਲਬਾਤ ਦੀ ਵੀ ਸੰਭਾਵਨਾ, ਪਰ ਉਹਦੇ ਵਾਸਤੇ ਹਾਲੇ ਕੋਈ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਪਰ ਜ਼ੈਲੈਂਸਕੀ ਨੇ ਪੁਤਿਨ ਨੂੰ ਆਖਿਆ ਕਿ ਹੋਰਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਆਓ ਆਪਾਂ ਇੱਕ ਟੇਬਲ ਤੇ ਬੈਠੀਏ, ਆਪਸ ਦੇ ਵਿੱਚ ਦੋਵੇਂ ਗੱਲਬਾਤ ਕਰੀਏ। ਉਹਨਾਂ ਨੇ ਆਖਿਆ ਕਿ ਮੈਂ ਹਰ ਹੀਲੇ ਇਸ ਜੰਗ ਨੂੰ ਰੋਕਣਾ ਚਾਹੁੰਦਾ। ਉਹਨੇ ਭਾਰਤ ਸਮੇਤ ਕਈ ਮੁਲਕਾਂ ਦੇ ਆਗੂਆਂ ਨੂੰ ਵੀ ਬੇਨਤੀ ਕੀਤੀ ਸੀ ਕਿ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਆਪਾਂ ਇਸ ਜੰਗ ਨੂੰ, ਇਸ ਯੁੱਧ ਨੂੰ ਰੋਕ ਸਕੀਏ। ਪਰ ਹਾਲ ਦੀ ਘੜੀ ਜੰਗ ਚੱਲ ਰਿਹਾ ਹੈ, 8 ਦਿਨਾਂ ਤੋਂ ਯੁੱਧ ਜਾਰੀ ਹੈ। ਜੰਗ ਨੇ, ਯੁੱਧ ਨੇ ਕਦੇ ਕਿਸੇ ਨੂੰ ਦਿੱਤਾ ਤਾਂ ਕੁਛ ਨਹੀਂ। ਜੰਗ ਯੁੱਧ ਨੇ ਸਿਰਫ ਮੌਤਾਂ ਦਿੱਤੀਆਂ ਨੇ। ਜੰਗ ਯੁੱਧ ਨੇ ਸਿਰਫ ਤੇ ਸਿਰਫ ਲੋਕਾਂ ਦਾ ਨੁਕਸਾਨ ਕੀਤਾ, ਮਨੁੱਖਤਾ ਦਾ ਘਾਣ ਕੀਤਾ, ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ। ਸੋ ਇਸ ਜੰਗ ਯੁੱਧ ਵਿੱਚ ਵੀ ਤਕਰੀਬਨ ਇਹ ਸਭ ਕੁਝ ਹੋ ਰਿਹਾ ਹੈ। ਸੋ ਦੋਸਤੋ, ਉਮੀਦ ਹੈ ਤੁਹਾਨੂੰ ਆਪਣਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।